ਤੁਹਾਡੇ ਐਕਸ਼ਨ ਪਲਾਨ ਨਾਲ ਸਰਕਾਰ ਨੂੰ ਕੋਈ ਫਰਕ ਪੈ ਰਿਹਾ? ਕੋਈ ਹਿਲਜੁਲ ਤਾਂ ਦਿਖਾਈ ਨਹੀਂ ਦੇ ਰਹੀ। 8ਵਾਂ ਮਹੀਨਾ ਚੱਲ ਰਿਹਾ ਸਾਨੂੰ ਉੱਥੇ ਦਿੱਲੀ ਦੀਆਂ ਬਰੂਹਾਂ ਤੇ ਬੈਠਿਆਂ ਨੂੰ। ਕੋਈ ਵੀ ਇਹੋ ਜਿਹਾ ਪ੍ਰਧਾਨ ਮੰਤਰੀ ਅੱਜ ਤੱਕ ਮੇਰਾ ਖਿਆਲ ਸ਼ਾਇਦ ਨਹੀਂ ਪਹਿਲਾਂ ਆਇਆ ਹੋਣਾ ਜਿਹੜਾ ਗੱਲ ਹੀ ਨਾ ਸੁਣੇ। ਉਹ ਕਹਿੰਦੇ ਜੀ ਸਾਡੇ ਤਾਂ ਦਰਵਾਜ਼ੇ ਖੁੱਲੇ ਨੇ, ਗੇਂਦ ਤੁਹਾਡੇ ਪਾਲੇ ਦੇ ਵਿੱਚ ਹੈਗੀ। ਅਸੀਂ ਤਾਂ ਕਹਿੰਦੇ ਆ ਤੁਸੀਂ ਆਓ ਸਾਡੇ ਨਾਲ ਬੈਠ ਕੇ ਗੱਲ ਕਰੋ, ਸਾਡੇ ਦਰਵਾਜ਼ੇ ਖੁੱਲੇ ਨੇ। ਇਹ ਤੁਹਾਡੇ ਵੱਲੋਂ ਅੜੀ ਹੈ ਕਿ ਅਸੀਂ ਗੱਲ ਨਹੀਂ ਕਰਨੀ, ਅਸੀਂ ਇਹਦੇ ਤੇ ਚਰਚਾ ਨਹੀਂ ਕਰਨੀ। ਦਰਵਾਜ਼ਾ ਕਿਹੜਾ ਸਾਨੂੰ ਦੱਸਤਾ ਦੇਣ ਵੀ ਕਿਹੜੇ ਦਰਵਾਜ਼ੇ ਲੰਘ ਕੇ ਜਾਣਾ। ਜਿਹੜੇ ਦਰਵਾਜ਼ੇ ਪਹਿਲਾਂ 11 ਮੀਟਿੰਗਾਂ ਹੋਈਆਂ ਨਹੀਂ ਜੀ ਨਹੀਂ, ਉੱਥੋਂ ਨਹੀਂ ਐ ਲੰਘਣ ਦਿੰਦੇ ਜਿੰਨਾ ਚਿਰ ਚਿੱਠੀ ਨਾ ਭੇਜਣੋਂ ਦਰਵਾਜ਼ੇ ਦੇ ਅੱਗੇ ਖੜੇ ਨੇ ਲੋਕ। ਕਿਸੇ ਗੱਲ ਤੇ ਵੀ ਸਹਿਮਤੀ ਬਣ ਸਕਦੀ ਹੈ, ਪਰ ਜਦੋਂ ਬੈਠਾਂਗੇ ਤਾਂ ਜੇਕਰ ਪਹਿਲਾਂ ਕਹਿ ਦਈਏ ਵੀ ਆਹ ਗੱਲ ਨਹੀਂ ਹੋਣੀ ਆ ਜਾਓ ਤੁਸੀਂ, ਫਿਰ ਕਿਵੇਂ? ਸ਼ਰਤ ਨੇ। ਅਸੀਂ ਇੱਥੇ ਬੈਠੇ ਰਹਿੰਦੇ ਹਾਂ, ਸਰਕਾਰ ਆਪਣੀਆਂ ਕੋਠੀਆਂ 'ਚ ਬੈਠੀ ਰਹਿੰਦੀ ਹੈ, ਕਿਵੇਂ ਮਸਲਾ ਹੱਲ ਹੋਊਗਾ? ਸਰਕਾਰ ਨੂੰ ਆਪਣਾ ਧਰਮ ਹੈ ਜਿਹੜਾ ਉਹ ਨਿਭਾਉਣਾ ਚਾਹੀਦਾ। ਸਰਕਾਰ ਇਸ ਗੱਲ ਤੋਂ ਭੱਜ ਚੁੱਕੀ ਹੈ। ਮੈਂ ਕਹਿੰਦਾ ਕਿ ਸਰਕਾਰ ਫੇਲ ਹੋ ਗਈ, ਸਰਕਾਰ ਨੂੰ ਕੋਈ ਰਸਤਾ ਹੀ ਨਹੀਂ ਲੱਭ ਰਿਹਾ ਵੀ ਕਰੀਏ ਕੀ। ਸਵਾਗਤ ਹੈ ਪੀਟੀਸੀ ਨਿਊਜ਼ ਵਿੱਚ ਸਾਰੇ ਦਰਸ਼ਕਾਂ ਦਾ। ਇੱਕ ਖਾਸ ਖਬਰ ਲੈ ਕੇ ਤੁਹਾਡੇ ਸਾਹਮਣੇ ਇੱਕ ਵਾਰ ਫਿਰ ਤੋਂ ਹਾਜ਼ਰ ਹੋਏ ਹਾਂ। ਕਿਸਾਨਾਂ ਨੂੰ ਮੋਰਚਾ ਲਾਇਆ ਹੋਇਆ ਲੰਬਾ ਸਮਾਂ ਹੋ ਗਿਆ, ਪਰ ਮੋਰਚੇ ਦੇ ਵਿੱਚ ਅੜਿੱਗ ਨੇ ਕਿ ਜਦ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਹੋ ਜਾਂਦੇ ਤਦ ਤੱਕ ਅਸੀਂ ਡਟੇ ਰਹਾਂਗੇ। ਇਹ ਮੋਰਚਾ ਪੰਜਾਬ ਤੋਂ ਸ਼ੁਰੂ ਹੋਇਆ, ਪੰਜਾਬ ਤੋਂ ਬਾਅਦ ਹਰਿਆਣਾ, ਹਿਮਾਚਲ, ਸਾਰੇ ਪਾਸੇ ਪੂਰੇ ਭਾਰਤ ਦੇ ਵਿੱਚ ਫੈਲਿਆ। ਦਿੱਲੀ ਦੇ ਵਿੱਚ ਪੱਕੇ ਮੋਰਚੇ ਲਾਏ ਹੋਏ ਨੇ, ਹਰਿਆਣਾ ਦੇ ਵਿੱਚ ਥਾਂ ਥਾਂ ਮੋਰਚੇ ਲਾਏ ਜਾਂਦੇ ਨੇ। ਸਮੇਂ-ਸਮੇਂ ਤੇ ਪੰਜਾਬ ਦੇ ਵਿੱਚ ਵੀ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਨੇ। ਹਾਲ ਹੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਵੀ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ। ਉਸ ਦੌਰਾਨ ਲਾਠੀ ਚਾਰਜ ਵੀ ਹੋਇਆ, ਪਾਣੀ ਦੀਆਂ ਬੁਛਾੜਾਂ ਵੀ ਛੱਡੀਆਂ ਗਈਆਂ ਔਰ ਕੁਝ ਕਿਸਾਨਾਂ ਦੇ ਉੱਤੇ ਪਰਚੇ ਵੀ ਦਰਜ ਕੀਤੇ ਗਏ, ਜਿਸ ਦਾ ਵਿਰੋਧ ਲਗਾਤਾਰ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ ਕਿ ਇਹ ਪਰਚੇ ਰੱਦ ਕੀਤੇ ਜਾਣੇ ਚਾਹੀਦੇ ਨੇ। ਇਸੇ ਲਈ ਅੱਜ ਇੱਕ ਡੈਲੀਗੇਸ਼ਨ ਵੀ ਐਸਐਸਪੀ ਚੰਡੀਗੜ੍ਹ ਨੂੰ ਮਿਲਿਆ, ਜਿਸ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਕਿ ਸਾਰੇ ਪਰਚੇ ਜਿਹੜੇ ਨੇ ਉਹ ਰੱਦ ਕੀਤੇ ਜਾਣ। ਬੂਟਾ ਸਿੰਘ ਸ਼ਾਦੀਪੁਰ ਜੀ ਸਾਡਾ ਮੌਜੂਦ ਨੇ, ਜੋ ਕਿ ਆਗੂ ਨੇ, ਕਿਸਾਨ ਮੰਚ ਏਕਤਾ ਦੇ ਪ੍ਰਧਾਨ ਨੇ। ਬੂਟਾ ਸਿੰਘ ਜੀ, ਸਭ ਤੋਂ ਪਹਿਲਾਂ ਅੱਜ ਤੁਹਾਡੀ ਮੁਲਾਕਾਤ ਹੋਈ ਹੈ ਐਸਐਸਪੀ ਦੇ ਨਾਲ, ਚੰਡੀਗੜ੍ਹ ਦੇ ਨਾਲ, ਤੇ ਕੀ ਉਹਨੇ ਆਸ਼ਵਾਸਨ ਦਿੱਤਾ ਤੁਹਾਨੂੰ? ਅਸੀਂ ਜਿੱਦਣ ਇਹਨਾਂ ਨੇ 26 ਜੂਨ ਨੂੰ ਪਰਚੇ ਕੀਤੇ ਆ ਨਾ, 26 ਜੂਨ ਨੂੰ ਜਦੋਂ ਸਾਰਾ ਸਮਾਗਮ ਸਮਾਪਤ ਹੋ ਗਿਆ, ਉਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇਹ ਬਿਆਨ ਵੀ ਆਇਆ ਕਿ ਅਮਨ ਅਮਾਨ ਨਾਲ ਸਾਰਾ ਇਹ ਅੱਜ ਦਾ ਸਮਾਗਮ ਕਿਸਾਨਾਂ ਦਾ ਨਿਬੜ ਗਿਆ, ਸ਼ਾਂਤੀਪੂਰਨ ਰਿਹਾ, ਕੋਈ ਅਣਸੁਖਮੀ ਘਟਨਾ ਨਹੀਂ ਵਾਪਰੀ। ਤੇ ਉਸ ਤੋਂ ਬਾਅਦ ਪਤਾ ਨਹੀਂ ਕੀ ਕੋਈ ਆਦੇਸ਼ ਆਇਆ ਉੱਪਰੋਂ ਤੇ ਪਰਚੇ ਇਹਨਾਂ ਨੇ ਕੀਤੇ ਗਏ, ਜਿਹਦੇ 'ਚ ਸੋਨੀਆ ਮਾਨ ਤੇ ਜਸ ਬਾਜਵਾ ਤੇ ਲੱਖਾ ਸਦਾਣਾ ਜੋ ਸਮਾਜ ਸੇਵੀ ਹੈ, ਤੇ ਇਸੇ ਤਰ੍ਹਾਂ ਕਿਸਾਨ ਨੇ ਸਾਡੇ ਜਿਹੜੇ ਸਿਰਸਾ ਜੀ, ਭੰਗੂ ਤੇ ਜੰਗਵੀਰ, ਇਸ ਤਰ੍ਹਾਂ ਕਰਕੇ ਹੋਰ ਕਿਸਾਨ ਵੀ ਨੇ ਜਿਨ੍ਹਾਂ ਤੇ ਇਹਨਾਂ ਨੇ ਪਰਚੇ ਦਰਜ ਕੀਤੇ। ਤੇ ਅਸੀਂ ਫਿਰ ਇਹਨਾਂ ਨੂੰ ਅਲਟੀਮੇਟਮ ਦਿੱਤਾ 5 ਦਿਨ ਦਾ। ਮੈਂ ਕਿਹਾ ਹੈ ਵੀ ਜਾਂ ਤਾਂ 5 ਦਿਨਾਂ ਦੇ ਅੰਦਰ ਅੰਦਰ ਇਹ ਪਰਚੇ ਜਿਹੜੇ ਨੇ ਕੈਂਸਲ ਕੀਤੇ ਜਾਣ, ਕਿਉਂਕਿ ਬਿਲਕੁਲ ਹੀ ਨਜਾਇਜ਼ ਪਰਚੇ ਨੇ, ਝੂਠੇ ਪਰਚੇ ਤੁਸੀਂ ਕੀਤੇ ਆ। ਆਪ ਤੁਸੀਂ ਕਹਿ ਰਹੇ ਹੋ ਕਿ ਬਿਲਕੁਲ ਸਮਾਗਮ ਸਹੀ ਨਿਬੜ ਲਿਆ, ਤੇ ਫਿਰ ਪਰਚੇ ਕਿਉਂ ਕੀਤੇ ਗਏ? ਵੀ ਇਹ ਪਰਚੇ ਜਿਹੜੇ ਨੇ ਕੈਂਸਲ ਕੀਤੇ ਜਾਣ, ਤੇ ਜੇ ਨਾ ਕੀਤੇ ਫਿਰ ਅਸੀਂ ਧਰਨਾ ਲਾਵਾਂਗੇ ਪ੍ਰਸ਼ਾਸਨ ਦੇ ਖਿਲਾਫ ਐਸਐਸਪੀ ਦਫ਼ਤਰ। ਉਹਦੇ ਸਬੰਧ 'ਚ ਇਹਨਾਂ ਨੇ ਕੱਲ੍ਹ ਸਾਨੂੰ ਮੈਸੇਜ ਕੀਤਾ। ਅਸੀਂ ਅਲਟੀਮੇਟਮ ਦੇ ਕੇ ਆ ਕੇ ਇਹਨਾਂ ਨੂੰ, ਮੇਰਾ ਗਰੁੱਪ ਆਇਆ ਲੀਗਲ ਸੈੱਲ ਤੇ ਯੂਥ ਵਿੰਗ, ਤੇ ਉਹ ਅੱਜ ਇਹਨਾਂ ਨੇ ਸਾਨੂੰ ਬੁਲਾਇਆ, ਆਖਣਗੇ ਵੀ ਧਰਨਾ ਨਾ ਲਾਓ, ਪਹਿਲਾਂ ਇੱਕ ਵਾਰ ਆਪਾਂ ਬੈਠ ਕੇ ਗੱਲਬਾਤ ਕਰੀਏ। ਤੇ ਉਹਦੇ ਵਿੱਚ ਅਸੀਂ ਅੱਜ ਆ ਕੇ ਮਿਲੇ ਐਸਐਸਪੀ ਨੂੰ। ਉਹਨਾਂ ਨੇ ਇਹ ਗੱਲ ਰੱਖੀ ਹੈ, ਕਹਿੰਦੇ ਜੀ ਤੁਸੀਂ ਸਾਨੂੰ ਕੋਈ ਸਮਾਂ ਦਿਓ ਹੋਰ, ਤੇ ਇਹ ਪਰਚੇ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਨਜਾਇਜ਼ ਨੇ, ਇਹ ਅਸੀਂ ਥੋੜ੍ਹੀ ਜਿਹੀ ਇਨਕੁਆਇਰੀ ਕਰ ਲਈਏ ਇਹਦੀ, ਤੇ ਉਸ ਤੋਂ ਬਾਅਦ ਇਹਨਾਂ ਨੂੰ ਕੈਂਸਲ ਕੀਤਾ ਜਾਊਗਾ। ਤੇ ਸਾਡੀ ਜਿਹੜੀ ਸੋਚ ਸੀ, ਸਾਡਾ ਇਹ ਸੀ ਵੀ ਜਿਹੜੇ ਕਿਸਾਨਾਂ ਤੇ ਪਰਚੇ ਕਰਦੇ ਨੇ ਪਏ, ਬੇਸ਼ੱਕ ਕਿਸਾਨਾਂ ਤੇ ਤਾਂ ਪਹਿਲਾਂ ਵੀ ਬਹੁਤ ਜ਼ਿਆਦਾ ਹੋਏ ਨੇ ਹਰਪ੍ਰੀਤ ਜੀ, ਹੋਰ ਵੀ ਜਿੰਨੇ ਮਰਜ਼ੀ ਕਰ ਲੈਣ, ਜਿਹੜੇ ਲੋਕ ਸਾਨੂੰ ਸਪੋਰਟ ਕਰਦੇ ਨੇ ਉਹਨਾਂ ਦੇ ਪਰਚੇ ਕਰਨੇ ਜਿਹੜੇ ਨੇ ਉਹ ਗਲਤ ਹੈ। ਸੋਚ ਸਰਕਾਰ ਦੀ ਇਹ ਧਾਰਨੀ ਹੈ ਕਿ ਜਿਹੜੇ ਪਰਚੇ ਇਹਨਾਂ ਨੌਜਵਾਨਾਂ ਤੇ ਕੀਤੇ ਜਾਣ ਤੇ ਉਹ ਇਹਨਾਂ ਨੂੰ ਸਪੋਰਟ ਨਹੀਂ ਕਰਨਗੇ ਤੇ ਅੰਦੋਲਨ ਜਿਹੜਾ ਹੈ ਕਮਜ਼ੋਰ ਹੋਊਗਾ। ਅਸੀਂ ਕਿਹਾ ਵੀ ਇਹ ਪਰਚੇ ਨਜਾਇਜ਼ ਨੇ, ਇਹ ਪਰਚੇ ਜ਼ਰੂਰ ਕੈਂਸਲ ਹੋਣੇ ਚਾਹੀਦੇ ਨੇ। ਸਾਡੇ ਤੇ ਬੇਸ਼ੱਕ ਤੁਸੀਂ ਹੋਰ ਕਰ ਦਿਓ ਪਰਚੇ, ਸਾਨੂੰ ਕੋਈ ਦਿੱਕਤ ਨਹੀਂ ਇਸ ਗੱਲ ਦੀ। ਤੇ ਉਹਦੇ ਸਬੰਧ 'ਚ ਉਹਨਾਂ ਨੇ ਸਮਾਂ ਮੰਗਿਆ ਵੀ 15 ਦਿਨ ਦਾ ਸਮਾਂ ਕਹਿੰਦੇ ਸਾਨੂੰ ਦਿਓ। 15 ਦਿਨ ਦੇ ਅੰਦਰ ਅਸੀਂ ਉਹਨਾਂ ਨੂੰ ਕਿਹਾ ਵੀ ਇੱਕ ਹਫ਼ਤੇ ਦੇ ਵਿੱਚ ਕਰੋ, ਵੀ ਹਫ਼ਤੇ ਦਾ ਸਮਾਂ ਬਹੁਤ ਹੈ। ਪਰ ਪ੍ਰਸ਼ਾਸਨ ਲੱਗਾ ਕਹਿਣ ਵੀ ਸਾਨੂੰ ਹੋਰ ਬੜੀਆਂ ਮਜਬੂਰੀਆਂ ਨੇ, ਧਰਨੇ ਤੇ ਮੁਜ਼ਾਹਰੇ ਬੜੇ ਚੱਲ ਰਹੇ ਆ ਇੱਥੇ, ਤੇ ਅਸੀਂ ਉਧਰ ਬਹੁਤ ਜ਼ਿਆਦਾ ਬਿਜੀ ਆ, ਸਾਨੂੰ 15 ਦਿਨ ਦਾ ਸਮਾਂ ਤੁਸੀਂ ਜ਼ਰੂਰ ਦਿਓ। 15 ਦਿਨਾਂ ਦੇ ਅੰਦਰ ਅੰਦਰ ਅਸੀਂ ਇਹ ਜਿਹੜਾ ਪ੍ਰੋਗਰਾਮ ਹੈ ਇਹ ਨਿਪਟਾ ਦਿਆਂਗੇ। ਬੂਟਾ ਸਿੰਘ ਜੀ, ਇੱਕ ਤੁਸੀਂ ਹੁਣ ਕੱਲ ਦੀ ਵੀ ਕਾਲ ਦਿੱਤੀ ਹੈ, ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਸੰਯੁਕਤ ਕਿਸਾਨ ਮੋਰਚੇ ਨੇ ਕਾਲ ਦਿੱਤੀ ਹੈ। ਤੁਹਾਨੂੰ ਲੱਗਦਾ ਕਿ ਇਦਾਂ ਬੰਦ ਕਰਨ ਨਾਲ, ਧਰਨੇ ਲਾਉਣ ਨਾਲ ਆਮ ਲੋਕਾਂ ਦੇ ਵਿੱਚ ਤੁਸੀਂ ਇੱਕ ਵਿਲੀਅਨ ਨਹੀਂ ਬਣ ਰਹੇ? ਆਮ ਲੋਕ ਤਾਂ ਬੜੇ ਖੱਜਲ ਖੁਆਰ ਹੁੰਦੇ ਨੇ। ਤੁਸੀਂ ਦਿੱਲੀ ਇੱਕ ਸਾਈਡ ਤੇ ਬੈਠੇ ਹੋ, ਚਲੋ ਧਰਨਾ ਪ੍ਰਦਰਸ਼ਨ ਚੱਲ ਰਿਹਾ, ਲੋਕ ਤੁਹਾਡਾ ਸਾਥ ਵੀ ਦਿੰਦੇ ਨੇ, ਕਦੇ ਤੁਸੀਂ ਪੰਜਾਬ ਬੰਦ ਦੀ ਕਾਲ ਦਿੰਦੇ ਹੋ, ਕਦੇ ਤੁਸੀਂ ਪੰਜਾਬ ਦੀਆਂ ਸੜਕਾਂ ਘੇਰ ਲੈਂਦੇ ਹੋ, ਕੱਲ ਫਿਰ 2 ਘੰਟੇ ਦੀ ਬੰਦ ਦੀ ਕਾਲ ਹੈਗੀ ਹੈ। ਅਜਿਹੇ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਲੋਕ ਬੜੇ ਪਰੇਸ਼ਾਨ ਹੁੰਦੇ ਨੇ? ਨਹੀਂ, ਕੱਲ 2 ਘੰਟੇ ਦੀ ਬੰਦ ਦੀ ਕਾਲ ਨਹੀਂ ਹੈਗੀ,
ਅਸੀਂ ਇੱਕ ਸਾਈਡ ਲਾਵਾਂਗੇ, ਜੋ ਵਹੀਕਲ ਲਾਉਣੇ ਨੇ ਇੱਕ ਸਾਈਡ ਬਿਲਕੁਲ ਚੱਲਦੀ ਰਹੂਗੀ, ਸੜਕਾਂ ਚੱਲਦੀਆਂ ਰਹਿਣਗੀਆਂ, ਬਿਲਕੁਲ ਟ੍ਰੈਫਿਕ ਨਹੀਂ ਰੋਕਿਆ ਜਾਊਗਾ। ਕੱਲ ਦਾ ਸਾਡਾ ਜੋ ਫੈਸਲਾ ਉਹ ਇਹ ਹੈ ਕਿ ਇੱਕ ਸਾਈਡ ਤੇ ਇਹ ਤੋੜ ਵਹੀਕਲ ਲਾਵਾਂਗੇ, ਇੱਕ ਸਾਈਡ ਜਿਹੜੀ ਉਹ ਖਾਲੀ ਰਹੇਗੀ, ਉਹ ਚੱਲਦੀ ਰਹੂਗੀ। ਇਹ ਤੁਹਾਡੀ ਗੱਲ ਹਰਪ੍ਰੀਤ ਜੀ ਬਿਲਕੁਲ ਠੀਕ ਆ, ਲੋਕ ਖੱਜਲ ਖੁਆਰ ਹੁੰਦੇ ਨੇ, ਅਸੀਂ ਸਹਿਮਤ ਹਾਂ ਇਸ ਗੱਲ ਨਾਲ, ਅਸੀਂ ਉਹਨਾਂ ਤੋਂ ਖਿਮਾ ਵੀ ਮੰਗਦੇ ਹਾਂ ਜਿਹੜੇ ਲੋਕ ਪਰੇਸ਼ਾਨ ਹੁੰਦੇ ਨੇ, ਪਰ ਲੇਕਿਨ ਸਾਡੀ ਇੱਕ ਮਜਬੂਰੀ ਬਣ ਚੁੱਕੀ ਹੈ, ਸਾਡੀ ਇੱਕ ਮਜਬੂਰੀ ਹੈ, ਕੁਛ ਨਾ ਕੋਈ ਐਕਸ਼ਨ ਸਾਨੂੰ ਦੇਣਾ ਹੀ ਪੈਂਦਾ, ਕੋਈ ਐਕਸ਼ਨ ਪ੍ਰੋਗਰਾਮ ਕਰਾਂਗੇ ਤਾਂ ਹੀ ਹੈ ਕਿ ਨਹੀਂ ਤਾਂ ਪਰ ਤੁਹਾਨੂੰ ਲੱਗਦਾ ਕਿ ਠੀਕ ਹੈ ਤਾਂ ਤੁਹਾਡੇ ਐਕਸ਼ਨ ਪਲਾਨ ਨਾਲ ਸਰਕਾਰ ਨੂੰ ਕੋਈ ਫਰਕ ਪੈ ਰਿਹਾ? ਕੋਈ ਹਿਲਜੁਲ ਤਾਂ ਦਿਖਾਈ ਨਹੀਂ ਦੇ ਰਹੀ, ਲਗਾਤਾਰ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਕਹਾਣੀ ਤਾਂ ਉੱਥੇ ਹੀ ਖੜੀ ਪਈ ਹੈ। ਸਰਕਾਰ ਨੂੰ ਕੋਈ ਫਰਕ ਪੈ ਰਿਹਾ ਤੁਹਾਡੀਆਂ ਗੱਲਾਂ ਦੇ ਨਾਲ, ਤੁਹਾਡੇ ਪ੍ਰਦਰਸ਼ਨ ਨਾਲ? ਇਹ ਹੈ ਜੀ ਢੀਡ ਸਰਕਾਰ ਹੈ, ਜੇ ਢੀਡ ਸਰਕਾਰ ਨਾ ਹੁੰਦੀ ਤੇ 8ਵਾਂ ਮਹੀਨਾ ਚੱਲ ਰਿਹਾ ਸਾਨੂੰ ਉੱਥੇ ਦਿੱਲੀ ਦੀਆਂ ਬਰੂਹਾਂ ਤੇ ਬੈਠਿਆਂ ਨੂੰ, ਕੋਈ ਵੀ ਇਹੋ ਜਿਹਾ ਪ੍ਰਧਾਨ ਮੰਤਰੀ ਅੱਜ ਤੱਕ ਮੇਰਾ ਖਿਆਲ ਸ਼ਾਇਦ ਨਹੀਂ ਪਹਿਲਾਂ ਆਇਆ ਹੋਣਾ ਜਿਹੜਾ ਗੱਲ ਹੀ ਨਾ ਸੁਣੇ। ਹੁਣ ਸਾਰਾ ਦੇਸ਼ ਵੇਖੋ ਸੜਕਾਂ ਤੇ, ਤੁਸੀਂ ਗੱਲ ਕੀਤੀ ਹੈ ਕਿ ਪੰਜਾਬ ਤੋਂ ਉੱਠਿਆ ਅੰਦੋਲਨ, ਪੰਜਾਬ ਤੋਂ ਅੰਦੋਲਨ ਉੱਠਿਆ ਅੱਜ ਸਾਰੇ ਦੇਸ਼ 'ਚ ਫੈਲਿਆ ਹੋਇਆ, ਤੇ ਫਿਰ ਵੀ ਉਹਨਾਂ ਨੂੰ ਕੋਈ ਫਿਕਰ ਨਹੀਂ। ਬੰਗਾਲ ਦੇ ਵਿੱਚ ਬੜੀ ਵੱਡੀ ਹਾਰ ਹੋਈ ਹੈ ਇਹਨਾਂ ਦੀ, ਹੋਰ ਦੂਜੀਆਂ ਸਟੇਟਾਂ ਦੇ ਵਿੱਚ ਵੀ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਬਹੁਤ ਵੱਡਾ ਇਹਦਾ ਖਮਿਆਜਾ ਭੁਗਤਣਾ ਪੈ ਸਕਦਾ ਹੈ, ਪਰ ਫਿਰ ਵੀ ਉਹ ਟਸ ਤੋਂ ਮਸ ਨਹੀਂ ਹੋ ਰਿਹਾ। ਅੱਜ ਮੋਦੀ ਕੈਬਨਿਟ ਦੇ ਵਿੱਚ ਵਿਸਥਾਰ ਹੋਇਆ, ਰੱਦੋ ਬਦਲ ਕੀਤੇ ਗਏ ਨੇ, ਕੁਝ ਮੰਤਰੀ ਹਟਾ ਦਿੱਤੇ ਗਏ ਨੇ, ਕੁਝ ਨਵੇਂ ਮੰਤਰੀ ਲੈ ਕੇ ਆਏ ਗਏ ਨੇ। ਨਵੀਂ ਕੈਬਨਿਟ ਤੋਂ ਕੋਈ ਆਸ ਉਮੀਦ ਰੱਖਦੇ ਹੋ ਤੁਸੀਂ ਕਿ ਨਵੀਂ ਕੈਬਨਿਟ ਹੋ ਸਕਦਾ ਕਿ ਪ੍ਰਧਾਨ ਮੰਤਰੀ ਦੇ ਜ਼ਿਹਨ 'ਚ ਪਾਵੇ, ਕਿ ਕੇਂਦਰੀ ਖੇਤੀਬਾੜੀ ਮੰਤਰੀ ਦੇ ਜ਼ਿਹਨ 'ਚ ਪਾਵੇ, ਗ੍ਰਹਿ ਮੰਤਰੀ ਦੇ ਜ਼ਿਹਨ 'ਚ ਪਾਵੇ ਕਿ ਆਹ ਮੁੱਦਾ ਹੱਲ ਕਰਨਾ ਚਾਹੀਦਾ ਹੈ ਔਰ ਪਹਿਲ ਦੇ ਆਧਾਰ ਤੇ ਹੱਲ ਕਰਨਾ ਚਾਹੀਦਾ? ਕੋਈ ਆਸ ਹੈਗੀ ਨਵੀਂ ਕੈਬਨਿਟ ਤੋਂ? ਵੇਖੋ ਉੱਥੇ ਤਾਂ ਜੋ ਕੁਛ ਹੈ ਆਲੇ ਨਾਲ ਨੇ ਮੋਦੀ ਤੇ ਸ਼ਾਹ, ਕਿਸੇ ਦੀ ਕੋਈ ਪਾਵਰ ਹੀ ਕਿਸੇ ਕੋਲ ਹੈ ਨਹੀਂ। ਹੁਣ ਸਾਡੇ ਕੋਲ ਆਉਂਦੇ ਰਹਿਣੇ ਮੀਟਿੰਗਾਂ ਦੇ ਅੰਦਰ ਆਪਣੇ ਤੋਮਰ ਜੀ, ਗੋਇਲ ਸਾਹਿਬ ਆਉਂਦੇ ਨੇ, ਪਿਊਸ਼ ਗੋਇਲ ਜੀ, ਤੇ ਉਹ ਕਿਸੇ ਕੋਲ ਪਾਵਰ ਹੈ ਨਹੀਂ। ਜਦੋਂ ਕੋਈ ਗੱਲਬਾਤ ਚੱਲਦੀ ਸੀ, ਜਦੋਂ ਅੜਦੀ ਸੀ, ਗਰਾਰੀ ਫਸਦੀ, ਫਿਰ ਉੱਠ ਕੇ ਫੋਨ ਕਰਨ ਜਾਂਦੇ ਸੀ, ਫੋਨ ਕਰਕੇ ਉਹਨਾਂ ਨਾਲ ਮਤਲਬ ਉਹਨਾਂ ਕੋਲ ਕੋਈ ਪਾਵਰ ਨਹੀਂ ਸੀ ਫੈਸਲਾ ਲੈ ਸਕਣ? ਪਾਵਰ ਹੀ ਹੈ ਨਹੀਂ ਜੀ ਉਹਨਾਂ ਨੂੰ, ਪਾਵਰ ਸਿਰਫ ਉਹਨਾਂ ਦੋ ਬੰਦਿਆਂ ਦੇ ਕੋਲ ਆ, ਜਦੋਂ ਵੀ ਕੋਈ ਫੈਸਲਾ ਕਰਨਾ ਹੈ ਉਹਨਾਂ ਨੇ ਕਰਨਾ ਹੈ। ਹੁਣ ਰਾਜਨਾਥ ਸਿੰਘ ਜੀ ਨਾਲ ਗੱਲ ਖੁਦ ਹੁੰਦੀ ਹੈ ਮੇਰੀ, ਕਈ ਵਾਰ ਗੱਲ ਹੋ ਚੁੱਕੀ ਹੈ, ਪਰ ਮੇਰੇ ਖਿਆਲ ਦੇ ਮੁਤਾਬਕ ਪਾਵਰ ਉਹਨਾਂ ਕੋਲ ਵੀ ਹੈ ਨਹੀਂ। ਵਧੀਆ ਬੰਦੇ ਨੇ, ਵੈਸੇ ਵਧੀਆ ਇਨਸਾਨ ਨੇ, ਉਹ ਗੱਲ ਕਰਦੇ ਨੇ, ਉਹ ਚਾਹੁੰਦੇ ਨੇ ਕਿ ਇਹਨੂੰ ਨਿਬੇੜਿਆ ਜਾਵੇ, ਲੇਕਿਨ ਗੱਲ ਜਿਹੜੀ ਆਪਾਂ ਕਰਦੇ ਕਿ ਪਾਵਰ ਨਹੀਂ ਕਿਸੇ ਕੋਲ ਹੈਗੀ। ਕੋਈ ਕਹਦੇ ਵੀ ਆ ਜਾਓ ਮੈਂ ਨਿਬੇੜ ਦੇਣਾ, ਉਹ ਗੱਲ ਹੈ ਨਹੀਂ ਕਿਸੇ ਕੋਲ ਵੀ। ਉਹ ਪਾਵਰ ਸਾਰੇ ਉਹਨਾਂ ਦੋ ਬੰਦਿਆਂ ਦੇ ਕੋਲ ਹੀ ਹੈ। ਹੋਰ ਵਿਸਤਾਰ ਜਿੰਨਾ ਮਰਜ਼ੀ ਕਰ ਲੈਣੇ, ਤਾਂ ਇੱਕ ਲੋਕਾਂ ਨੂੰ ਟਿਕਾਉਣ ਦੀ ਗੱਲ ਹੈ ਇਹਨਾਂ ਦੀ। ਜਦੋਂ ਪਾਰਟੀ ਦੇ ਅੰਦਰ ਘਮਸਾਨ ਮੱਚਿਆ ਹੋਇਆ, ਇਸ ਅੰਦੋਲਨ ਦੇ ਕਾਰਨ ਘਮਸਾਨ ਮੱਚਿਆ ਹੋਇਆ ਇਹਨਾਂ ਦੇ ਅੰਦਰ ਵੀ, ਬਹੁਤ ਵੱਡਾ ਵਿਵਾਲ ਆ, ਇਹ ਟਿਕਾ ਰਹੇ ਨੇ ਉਹਨਾਂ ਨੂੰ ਵੀ, ਕੋਈ ਐ ਨਾ ਭੱਜੇ, ਕਿਸੇ ਨੂੰ ਕੁਝ ਦੇ ਦਿਓ, ਕਿਸੇ ਨੂੰ ਕੁਝ ਦੇ ਦਿਓ, ਇਸ ਕਰਕੇ ਟਿਕੇ ਰਹਿਣ। ਉਹਨਾਂ ਨੂੰ ਟਿਕਾ ਰਹੇ ਨੇ, ਕਿਸਾਨਾਂ ਨੂੰ ਨਹੀਂ ਟਿਕਾ ਰਹੇ ਜਿਨ੍ਹਾਂ ਨੇ ਦੇਸ਼ ਦਾ ਅੰਨ ਦੇ ਨਾਲ ਭੰਡਾਰ ਭਰਿਆ, ਉਹਨਾਂ ਨੂੰ ਹੀ ਟਿਕਾਉਣ ਦਾ ਯਤਨ ਕਰਦੇ, ਕੇਵਲ ਆਪਣੇ ਮੰਤਰੀਆਂ ਨੂੰ। ਤੁਹਾਡੇ ਤਾਂ ਬੜੇ ਸਾਰੇ, ਤੁਹਾਡੇ ਇਸ ਮੋਰਚੇ ਤੇ ਬੜੇ ਸਾਰੇ ਐਲੀਗੇਸ਼ਨ ਲੱਗ ਰਹੇ ਨੇ ਕਿ ਉੱਥੇ ਜੀ ਕਤਲੋ ਗਾਰਤ ਹੋਣੀਆਂ ਸ਼ੁਰੂ ਹੋ ਗਈਆਂ, ਕਤਲ ਹੋ ਗਿਆ, ਬਲਾਤਕਾਰ ਹੋ ਗਿਆ, ਉਹ ਬੀਬੀ ਮਜਬੂਰ ਹੋ ਕੇ ਉਹਨੂੰ ਸੁਸਾਈਡ ਕਰਨਾ ਪੈ ਗਿਆ। ਅਜਿਹੇ ਸੰਗੀਨ ਇਲਜ਼ਾਮ ਬੀਜੇਪੀ ਦੇ ਆਗੂ ਈਵਨ ਮੁੱਖ ਮੰਤਰੀ ਤੱਕ ਲਾ ਰਹੇ ਨੇ ਕਿ ਹੁਣ ਤਾਂ ਉਹ ਕ੍ਰਾਈਮ ਦਾ ਗੜ ਬਣ ਚੁੱਕਾ ਹੈ, ਹੁਣ ਉਹ ਅੰਦੋਲਨ ਨਹੀਂ ਹੈ, ਉਹ ਕ੍ਰਾਈਮ ਦਾ ਗੜ ਬਣ ਚੁੱਕਾ ਹੈ। ਨਹੀਂ ਜੀ, ਇਹ ਤਾਂ ਐਵੇਂ ਵੇਖੋ ਉਹਨਾਂ ਦੇ ਆਪਣੇ ਮਨ ਦੀਆਂ ਜਿਹੜੀਆਂ ਉਹ ਗੱਲਾਂ ਨੇ ਕਿ ਨਹੀਂ, ਉਹ ਇੱਕ ਬਣਾ ਕੇ ਕਰੀ ਜਾਂਦੇ ਨੇ, ਸਿਰਫ ਕੇਵਲ ਤੇ ਕੇਵਲ ਸਾਡੇ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ। ਇਹੋ ਜਿਹੀ ਕੋਈ ਗੱਲ ਹੀ ਹੈ ਨਹੀਂ ਉੱਥੇ, ਕੋਈ ਵੀ ਇਹੋ ਜਿਹੀ ਗੱਲ ਨਹੀਂ। ਵੇਖੋ ਉੱਥੇ ਇੰਨਾ ਆਪਸੀ ਭਾਈਚਾਰਾ ਮਜ਼ਬੂਤ ਹੈ, ਹੱਦ ਤੋਂ ਵੱਧ ਮਜ਼ਬੂਤ ਹੈ। ਲੋਕ ਸਾਡੇ ਨਾਲ, ਜਿਹੜੇ ਨਾਲ ਦੇ ਪਿੰਡ ਨੇ, ਜਿਹੜੇ ਉਹਨਾਂ ਨੂੰ ਉਕਸਾਉਣ ਦਾ ਬੜਾ ਯਤਨ ਕੀਤਾ ਭਾਜਪਾ ਨੇ, ਬਹੁਤ ਵੱਡਾ ਯਤਨ ਕੀਤਾ ਹਰਿਆਣੇ ਦੇ ਵਿੱਚ, ਵੀ ਤੁਸੀਂ ਕਹਿ ਦਿਓ ਜੀ ਸਾਨੂੰ ਇਹਨਾਂ ਤੋਂ ਤੰਗੀ ਹੈ ਜੀ, ਸਾਨੂੰ ਇਹਨਾਂ ਤੋਂ ਬਹੁਤ ਵੱਡੀ ਪਰੇਸ਼ਾਨੀ ਹੈ ਜੀ। ਬੜਾ ਜ਼ੋਰ ਲਾਇਆ ਸਰਕਾਰ ਨੇ, ਉਹਨਾਂ ਨੂੰ ਲਾਲਚ ਵੀ ਦਿੱਤੇਗਾ, ਪਰ ਲੇਕਿਨ ਇੱਕ ਵੀ ਬੰਦਾ ਉੱਠ ਕੇ ਇਸ ਗੱਲ ਦੇ ਵਾਸਤੇ ਨਹੀਂ ਅੱਗੇ ਆਇਆ ਕਿ ਸਾਨੂੰ ਇਹਨਾਂ ਤੋਂ ਪਰੇਸ਼ਾਨੀ ਹੈ ਕੋਈ। ਜੇ ਕੋਈ ਇਹੋ ਜਿਹੀ ਗੱਲ ਹੋਵੇ, ਉੱਥੇ ਬਲਾਤਕਾਰ ਦੀਆਂ ਗੱਲਾਂ ਹੋਣ, ਕਤਲੋਗਾਰਤ ਦੀਆਂ ਗੱਲਾਂ ਹੋਣ, ਤੇ ਲੋਕ ਤੰਗ ਨਹੀਂ ਹੋਣਗੇ ਸਾਡੇ ਤੋਂ। ਇਸ ਕਰਕੇ ਕੋਈ ਉੱਥੇ ਤੰਗ ਨਹੀਂ, ਕੋਈ ਪਰੇਸ਼ਾਨ ਨਹੀਂ। ਇਹ ਕੇਵਲ ਤੇ ਕੇਵਲ ਜੇ ਪਰੇਸ਼ਾਨ ਤੇ ਭਾਜਪਾ ਹੀ ਪਰੇਸ਼ਾਨ ਹੈ, ਹੋਰ ਕੋਈ ਨਹੀਂ। ਇਹ ਗੱਲ ਦੱਸੋ, ਹਾਲ ਹੀ ਦੇ ਵਿੱਚ ਚੜੂਨੀ ਹੋਰਾਂ ਨੇ ਬਿਆਨ ਦਿੱਤਾ ਔਰ ਉਹਨਾਂ ਨੇ ਹੋਕਾ ਦਿੱਤਾ ਕਿ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਹੁਣ ਸਿਆਸਤ ਦੇ ਵਿੱਚ ਵੀ ਉਤਰਨ, ਆਉਣ ਵਾਲੀਆਂ ਇਲੈਕਸ਼ਨਸ ਦੇ ਵਿੱਚ ਵੀ ਰੋਲ ਅਦਾ ਕਰਨ। ਤੁਹਾਡੀਆਂ ਜਥੇਬੰਦੀਆਂ ਲਗਾਤਾਰ ਸਿਆਸਤ ਤੋਂ ਦੂਰ ਰਹੀਆਂ, ਸਿਆਸੀ ਪਾਰਟੀਆਂ ਨੂੰ ਤੁਸੀਂ ਕਹਿੰਦੇ ਰਹੇ ਹੋ ਕਿ ਪਰਾਂ ਰੋ, ਅਸੀਂ ਸਿਆਸਤ ਨਹੀਂ ਹੋਣ ਦੇਣੀ। ਹੁਣ ਤੁਹਾਨੂੰ ਲੱਗਦਾ ਨਹੀਂ ਕਿ ਤੁਸੀਂ ਖੁਦ ਸਿਆਸੀ ਹੱਥਾਂ 'ਚ ਖੇਡਣ ਜਾ ਰਹੇ ਹੋ? ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਉਹ ਚੰਦੂਨੀ ਸਾਹਿਬ ਦਾ ਆਪਣਾ ਨਿੱਜੀ ਵਿਚਾਰ ਆ, ਜੋ ਉਹਨਾਂ ਨੇ ਕਹਿਤਾ, ਲੇਕਿਨ ਸਾਡੇ ਕੋਲ ਕੋਈ ਇਹੋ ਜਿਹੀ ਗੱਲ ਨਹੀਂ। ਸਾਡਾ ਤਾਂ ਇਹ ਫੈਸਲਾ ਸੰਯੁਕਤ ਕਿਸਾਨ ਮੋਰਚੇ ਦਾ ਹੈ ਕਿ ਨਹੀਂ ਹੈ ਕਿ ਅਸੀਂ ਇਲੈਕਸ਼ਨ ਲੜਨੀ ਹੈ ਕਿ ਨਹੀਂ ਲੜਨੀ, ਜਾਂ ਕੁਛ ਏਦਾਂ ਦੀ ਗੱਲ? ਸੰਯੁਕਤ ਮੋਰਚੇ ਵੱਲੋਂ ਇਲੈਕਸ਼ਨ ਲੜਨ ਦਾ ਕੋਈ ਅੱਜ ਤੱਕ ਵਿਚਾਰ ਕਦੀ ਆਇਆ ਹੀ ਨਹੀਂ। ਕੇਵਲ ਇਹੀ ਗੱਲ ਹੁੰਦੀ ਹੈ ਕਿ ਅਸੀਂ ਇਲੈਕਸ਼ਨ ਨਹੀਂ ਲੜਾਂਗੇ।
ਸਾਡਾ ਨਿਸ਼ਾਨਾ ਜਿਹੜਾ ਕੇਵਲ 3 ਜਿਹੜੇ ਕਾਨੂੰਨ ਬਣੇ ਨੇ ਉਹਨਾਂ ਕਾਨੂੰਨਾਂ ਨੂੰ ਰੱਦ ਕਰਾਉਣਾ ਹੈ। ਕਿਸਾਨੀ ਨੂੰ, ਮਜ਼ਦੂਰ ਨੂੰ ਤੇ ਦੇਸ਼ ਨੂੰ ਬਚਾਉਣ ਦਾ ਜਿਹੜਾ ਅਸੀਂ ਉਹ ਲੜਾਈ ਲੜ ਰਹੇ ਹਾਂ, ਉਹੀ ਸਾਡਾ ਯਤਨ ਹੈ। ਚੰਡੂਨੀ ਹੋਰਾਂ ਦਾ ਨਿੱਜੀ ਬਿਆਨ ਹੈ, ਇਹ ਚੰਡੂਨੀ ਸਾਹਿਬ ਦਾ ਨਿੱਜੀ ਬਿਆਨ ਹੈ, ਸਾਡੇ ਸਤਿਕਾਰਯੋਗ ਨੇ, ਉਹਨਾਂ ਨੇ ਆਪਣੇ ਹਿਸਾਬ ਨਾਲ ਦਿੱਤਾ ਕੋਈ ਬਿਆਨ। ਇਹੋ ਜੀ ਕੋਈ ਗੱਲ ਨਹੀਂ ਅਜੇ ਤੱਕ ਉਸ ਮੋਰਚੇ ਦੇ ਅੰਦਰ ਹੋਈ, ਜਦੋਂ ਕੋਈ ਹੋਊਗੀ ਤੁਹਾਨੂੰ ਜ਼ਰੂਰ। ਬੂਟਾ ਸਿੰਘ ਜੀ, ਗਾਹੇ ਬਗਾਹੇ ਕੰਸੋਆਂ ਬੜੀਆਂ ਉੱਡਦੀਆਂ ਰਹਿੰਦੀਆਂ ਨੇ। ਹਾਲ ਹੀ ਦੇ ਵਿੱਚ ਇੱਕ ਹੋਰ ਚਰਚਾ ਬੜੀ ਉੱਡੀ ਸੀ ਕਿ ਬਲਬੀਰ ਸਿੰਘ ਰਾਜੇਵਾਲ ਸਾਹਿਬ ਆਮ ਆਦਮੀ ਪਾਰਟੀ 'ਚ ਜਾ ਰਹੇ ਨੇ, ਹੋ ਸਕਦਾ ਆਮ ਆਦਮੀ ਪਾਰਟੀ ਦਾ ਉਹ ਸੀਐਮ ਫੇਸ ਵੀ ਹੋਣ। ਇਸ ਕਰਕੇ ਸਰਕਾਰ ਨੂੰ ਲੱਗਦਾ ਨਹੀਂ ਕਿ ਮੌਕੇ ਮਿਲ ਜਾਂਦੇ ਨੇ ਕਿ ਦੇਖੋ ਇਹ ਤਾਂ ਸਿਆਸਤ ਦੇ ਵਿੱਚ ਆ ਗਏ ਨੇ, ਸਿਆਸਤ ਖੇਡ ਰਹੇ ਨੇ, ਜੋ ਗੱਲ ਪਹਿਲੇ ਦਿਨ ਤੋਂ ਸਰਕਾਰ ਕਹਿ ਰਹੀ ਹੈ ਤੁਹਾਨੂੰ। ਮੇਰੇ ਖਿਆਲ ਮੁਤਾਬਕ ਉਹ ਵੀ ਜਿਹੜਾ ਸ਼ੋਸ਼ਾ ਛੱਡਿਆ ਗਿਆ ਉਹ ਵੀ ਸਾਡੇ ਅੰਦੋਲਨ ਨੂੰ ਕਮਜ਼ੋਰ ਕਰਨ ਦੀਆਂ ਗੱਲਾਂ ਹੋ ਸਕਦੀਆਂ ਨੇ ਵੀ ਇਹ ਤਾਂ ਰਾਜਨੀਤੀ ਵਾਲੇ ਪਾਸੇ ਨੂੰ ਵੱਧ ਰਹੇ ਨੇ ਜੀ। ਐਸੀ ਕੋਈ ਗੱਲ ਨਹੀਂ ਹੈਗੀ। ਬਾਅਦ ਚ ਉਹਨਾਂ ਦਾ ਬਿਆਨ ਵੀ ਆ ਗਿਆ ਰਾਜੇਵਾਲ ਸਾਹਿਬ ਦਾ। ਐਸੀ ਕੋਈ ਗੱਲ ਨਹੀਂ ਹੈਗੀ। ਨਾ ਸਾਡਾ ਨਿਸ਼ਾਨਾ, ਸਾਡਾ ਕੇਵਲ ਤੇ ਕੇਵਲ ਨਿਸ਼ਾਨਾ ਜਿਹੜੀ ਅਸੀਂ ਲੜਾਈ ਲੈ ਕੇ ਚੱਲੇ ਆ ਪੰਜਾਬ ਤੋਂ ਉਹੀ ਹੈ। ਜਿੰਨਾ ਚਿਰ ਉਹ ਹੱਲ ਨਹੀਂ ਹੁੰਦਾ ਉਹਨਾਂ ਚਿਰ ਕਿਸੇ ਪਾਸੇ ਨਹੀਂ ਸੋਚਿਆ। ਅੱਛਾ, ਇੱਕ ਗੱਲ ਹੋਰ ਦੱਸੋ, ਸੰਯੁਕਤ ਕਿਸਾਨ ਮੋਰਚੇ ਨੇ ਕਦੇ ਅਜਿਹੀ ਕੋਈ ਗੱਲ ਕੀਤੀ ਹੈ ਕਿ ਕਿਸੇ ਵੀ ਸਿਆਸਤਦਾਨ ਨੂੰ ਪਿੰਡਾਂ 'ਚ ਨਾ ਵੜਨ ਦਿਓ, ਜਿਹੜੇ ਸਿਆਸਤਦਾਨ ਆਣ ਉਹਨਾਂ ਨੂੰ ਮਾਰੋ ਕੁੱਟੋ ਜਾਂ ਉਹਨਾਂ ਨੂੰ ਭਜਾ ਦਿਓ? ਅਜਿਹੀ ਕਦੇ ਕੋਈ ਚਰਚਾ ਜਾਂ ਕੋਈ ਗੱਲ, ਕੁਝ ਰਣਨੀਤੀ ਫਾਈਨਲ ਹੋਈ ਹੈ ਤੁਹਾਡੀ? ਵੇਖੋ, ਮਾਰਨ ਕੁੱਟਣ ਦਾ ਤੇ ਨਾ ਕਦੀ ਹੋਇਆ ਨਾ ਕਦੀ ਹੋਵੇਗਾ। ਇਹ ਹੋਵੇਗਾ ਵੀ ਨਹੀਂ ਕਦੀ ਵੀ ਮਾਰੋ ਜਾਂ ਕੁੱਟੋ। ਇੱਕ ਗੱਲ ਜ਼ਰੂਰ ਹੈ, ਅਸੀਂ ਸਿਆਸਤਦਾਨਾਂ ਨੂੰ ਇੱਕ ਗੱਲ ਜ਼ਰੂਰ ਕਹਿੰਦੇ ਆ, ਮੈਂ ਖੁਦ ਆਪਣੇ ਤੌਰ ਤੇ ਵੀ ਕਹੀ ਹੈ ਵੀ ਜਿੰਨੇ ਸਿਆਸਤਦਾਨ ਨੇ, ਜਿੰਨਾ ਚਿਰ ਇਹ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਚਿਰ ਉਹਨਾਂ ਨੂੰ ਆਪਣੀ ਗੇਮ ਛੱਡ ਕੇ ਪਿੰਡਾਂ ਦੇ ਵਿੱਚੋਂ ਸਿਆਸੀ ਸਰਗਰਮੀਆਂ ਬੰਦ ਕਰਕੇ ਉਹਨਾਂ ਨੂੰ ਦਿੱਲੀ ਵੱਲ ਨੂੰ ਆਪਣਾ ਕੇਡਰ ਜਿਹੜਾ ਉਹ ਸਾਰਾ ਭੇਜਣਾ ਚਾਹੀਦਾ ਹੈ। ਉੱਥੇ ਉਹਨਾਂ ਨੂੰ ਬੈਠਣਾ ਚਾਹੀਦਾ ਹੈ। ਜਿੰਨਾ ਉੱਥੇ ਭੀੜ ਵਧੂਗੀ ਉਹਨਾਂ ਹੀ ਜਲਦੀ ਮੋਦੀ ਤੇ ਦਬਾਅ ਬਣੂਗਾ ਤੇ ਕਾਨੂੰਨ ਜਿਹੜੇ ਨੇ ਛੇਤੀ ਰੱਦ ਹੋਣਗੇ। ਉਸ ਤੋਂ ਬਾਅਦ ਆਪੋ ਆਪਣੀਆਂ ਗੇਮਾਂ ਆ ਕੇ ਤੇ ਪੰਜਾਬ ਦੇ ਅੰਦਰ ਜਾਂ ਦੂਜੀਆਂ ਸਟੇਟਾਂ 'ਚੋਂ ਖੇਡੀ ਜਾਣ। ਔਰ ਦੂਜਾ ਅਸੀਂ ਇਹ ਗੱਲ ਕਹਿ ਕਿ ਹਰ ਇੱਕ ਨੂੰ ਅਪੀਲ ਕੀਤੀ ਜਾਵੇ, ਸਾਰੇ ਰਾਜਸੀ ਲੋਕਾਂ ਨੂੰ ਅਪੀਲ ਕੀਤੀ ਜਾਵੇ ਇਹੀ ਕਿ ਤੁਸੀਂ ਉਧਰ ਚੱਲੋ। ਅਗਰ ਜੇਕਰ ਉਹ ਨਹੀਂ ਮੁੜਨਗੇ ਪਿੰਡਾਂ ਦੇ ਵਿੱਚੋਂ ਆਪਣੇ ਪ੍ਰੋਗਰਾਮ ਕਰਨ ਤੋਂ, ਫਿਰ ਅਗਲਾ ਫੈਸਲਾ ਜਿਹੜਾ ਉਹ ਵੀ ਸੰਯੁਕਤ ਮੋਰਚੇ 'ਚ ਬੈਠ ਕੇ ਕੀਤਾ ਜਾ ਸਕਦਾ ਹੈ ਕਿ ਇਹਨਾਂ ਦਾ ਵਿਰੋਧ। ਹਾਲੇ ਤੁਹਾਡੀ ਕੋਈ ਰਣਨੀਤੀ ਬਣੀ ਹੈ? ਕਿਉਂਕਿ ਇਲੈਕਸ਼ਨ ਆਉਣ ਵਾਲੇ ਆ ਪੰਜਾਬ ਦੇ ਵਿੱਚ। ਉਹ ਪੰਜਾਬ ਦੇ ਇਲੈਕਸ਼ਨ ਸਾਰੀਆਂ ਪੋਲੀਟੀਕਲ ਪਾਰਟੀਆਂ ਦੀ ਟੇਕ ਜਿਹੜੀ ਉਹ ਕਿਸਾਨਾਂ ਦੇ ਉੱਤੇ ਵੀ ਲੱਗੀ ਹੋਈ ਹੈ ਕਿ ਕਿਸਾਨ ਜਾਂ ਕਿਸਾਨ ਜਥੇਬੰਦੀਆਂ ਜਾਂ ਸੰਯੁਕਤ ਕਿਸਾਨ ਮੋਰਚਾ ਇਲੈਕਸ਼ਨ ਨੂੰ ਲੈ ਕੇ ਕੀ ਰਣਨੀਤੀ ਘੜਦਾ ਹੈ? ਕੋਈ ਅਜਿਹੀ ਰਣਨੀਤੀ ਘੜੀ ਗਈ ਹੈ? ਸਪੋਰਟ ਕਰਨੀ ਹੈ, ਨਹੀਂ ਕਰਨੀ? ਕਿਹੜਾ ਵਰਕਰ, ਕਿਹੜਾ ਪਾਰਟੀ ਦਾ ਕੈਡਰ ਹੈ ਜਿਹੜਾ ਆਪੋ ਆਪਣੀ ਮਰਜ਼ੀ ਨਾਲ ਸਪੋਰਟ ਕਰੇ, ਜਾਂ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਇੱਕ ਖਾਸ ਪਾਰਟੀ ਨੂੰ ਲੈ ਕੇ ਫੈਸਲਾ ਹੋ ਸਕਦਾ? ਨਹੀਂ, ਅਜੇ ਤੱਕ ਕੋਈ ਇਹੋ ਜਿਹਾ ਵਿਚਾਰ ਹੋਇਆ ਹੀ ਨਹੀਂ। ਪਹਿਲਾਂ ਤਾਂ ਅਸੀਂ ਇਹਨਾਂ ਕੋਲੋਂ ਸਪੋਰਟ ਮੰਗ ਰਹੇ ਹਾਂ ਵੀ ਪਹਿਲਾਂ ਤਾਂ ਸਾਡੇ ਨਾਲ ਉੱਥੇ ਆਉਣ, ਉੱਥੇ ਆ ਕੇ ਸਾਡੀ ਮਦਦ ਕਰਨ, ਪਹਿਲਾਂ ਸਾਨੂੰ ਬਚਾਉਣ। ਜਿਹੜੇ ਸਾਨੂੰ ਮਾਰੂ ਇਹੋ ਜਿਹਾ ਕਾਨੂੰਨ ਲੈ ਆਂਦੇ ਨੇ ਸਰਕਾਰ ਨੇ, ਉਸ ਤੋਂ ਬਚਾਉਣ। ਉਸ ਤੋਂ ਬਾਅਦ ਫਿਰ ਅਸੀਂ ਸੋਚਾਂਗੇ ਅਸੀਂ ਕਿਹਦੀ ਸਪੋਰਟ ਕਰਨੀ ਹੈ। ਉਸ ਤੋਂ ਬਾਅਦ ਅੱਗੇ ਸੋਚਿਆ ਜਾ ਸਕਦਾ ਉਹਨਾਂ ਚ। ਬੀਜੇਪੀ ਲਗਾਤਾਰ ਭਾਵੇਂ ਹਰਿਆਣਾ ਦੀ ਹੋਵੇ ਜਾਂ ਪੰਜਾਬ ਦੀ ਹੋਵੇ, ਜਿੰਨੇ ਵੀ ਉਹਨਾਂ ਦੇ ਆਗੂ ਨੇ ਉਹ ਜਿੱਥੇ ਵੀ ਜਾਂਦੇ ਨੇ ਮੀਟਿੰਗ ਕਰਨ ਦੇ ਲਈ, ਉੱਥੇ ਕਿਸਾਨ ਭਾਈਚਾਰਾ ਪਹੁੰਚ ਜਾਂਦਾ ਹੈ। ਮਾਰਕੁੱਟ ਦੀਆਂ ਵੀ ਘਟਨਾਵਾਂ ਹੋਈਆਂ ਨੇ। ਬੀਜੇਪੀ ਵਾਲੇ ਕੱਲ ਰਾਜਪਾਲ ਸਾਹਿਬ ਨੂੰ ਮਿਲ ਕੇ ਆਏ ਨੇ ਕਿ ਇਹ ਸਰਾਸਰ ਗੁੰਡਾਗਰਦੀ ਹੋ ਰਹੀ ਹੈ, ਕਿ ਸਾਨੂੰ ਵੀ ਗੱਲ ਕਰਨ ਦਾ ਹੱਕ ਹੈ, ਸਾਡਾ ਵੀ ਹੱਕ ਹੈ ਵੀ ਅਸੀਂ ਜਾ ਕੇ ਮੀਟਿੰਗਾਂ ਕਰੀਏ, ਪਰ ਇਹ ਗੁੰਡਾਗਰਦੀ ਹੋ ਰਹੀ ਹੈ ਕਿ ਸਾਡੀਆਂ ਮੀਟਿੰਗਾਂ ਖਰਾਬ ਕੀਤੀਆਂ ਜਾਂਦੀਆਂ ਨੇ, ਮਾਰ ਕੁਟਾਈ ਕੀਤੀ ਜਾਂਦੀ ਹੈ, ਗੱਡੀਆਂ ਭੰਨੀਆਂ ਜਾਂਦੀਆਂ ਨੇ। ਇਹ ਕਿਸਾਨ ਨਹੀਂ ਹੈ, ਇਹ ਤਾਂ ਗੁੰਡਾਗਰਦੀ ਕਰਦੇ ਨੇ ਲੋਕ। ਨਹੀਂ ਨਹੀਂ, ਐਸੀ ਕੋਈ ਗੱਲ ਨਹੀਂ। ਕਈ ਵਾਰਾਂ ਕੋਈ ਸ਼ਰਾਰਤੀ ਅਨਸਰ ਇਹੋ ਜਿਹਾ ਕਿਤੇ ਹੋਵੇ ਤਾਂ ਅਲੱਗ ਗੱਲ ਹੈ। ਕਿਸਾਨਾਂ ਨੂੰ ਭਾਜਪਾ ਦੇ ਖਿਲਾਫ ਗੁੱਸਾ ਹੀ ਬਹੁਤ ਜ਼ਿਆਦਾ। ਜੋ ਮਰਜ਼ੀ ਅਸੀਂ ਕਹੀਏ ਸੰਯੁਕਤ ਮੋਰਚੇ ਵੱਲੋਂ ਵੀ ਆਪਾਂ ਇਹਨਾਂ ਨੂੰ ਕੁਝ ਨਹੀਂ ਕਹਿਣਾ, ਇਹਨਾਂ ਨੂੰ ਰੋਕ ਕੇ ਸਮਝਾਓ ਵੀ ਇਹ ਕਾਨੂੰਨ ਰੱਦ ਕਰਾਓ, ਫਿਰ ਪਿੰਡਾਂ 'ਚ ਵੜਿਓ। ਲੇਕਿਨ ਲੋਕ ਮੰਨਣ ਨੂੰ ਤਿਆਰ ਨਹੀਂ। ਲੋਕ ਕਹਿੰਦੇ ਨੇ ਵੀ ਕਰ ਹੀ ਇਹ ਰਹੇ ਨੇ, ਵੀ ਸਾਰਾ ਕੁਝ ਹੇਠਲੇ ਪੱਧਰ ਤੋਂ ਹੀ ਜਾ ਰਿਹਾ ਉੱਤੇ, ਤਾਂ ਹੀ ਕਾਨੂੰਨ ਰੱਦ ਨਹੀਂ ਹੋ ਰਿਹਾ। ਇਸ ਕਰਕੇ ਲੋਕਾਂ ਦੇ ਮਨਾਂ 'ਚ ਗੁੱਸਾ ਹੈ। ਅਸੀਂ ਬੇਸ਼ੱਕ ਰੋਕਦੇ ਹਾਂ ਵੀ ਤੁਸੀਂ ਇਹ ਕੰਮ ਨਾ ਕਰੋ, ਇਹਨਾਂ ਨੂੰ ਇੰਝ ਸਮਝਾਓ ਵੀ ਤੁਸੀਂ ਇਹ ਪਿੰਡਾਂ ਵਿੱਚ ਆਉਣਾ ਜਾਂ ਬੰਦ ਰੱਖੋ। ਅਜੇ ਨਾ ਹੋਵੇ ਤਾਂ ਇਲੈਕਸ਼ਨ ਬਹੁਤ ਦੂਰ ਆ, ਪਰ ਲੋਕਾਂ ਦੇ ਮਨਾਂ 'ਚ ਬਹੁਤ ਵੱਡਾ ਰੋਸ ਹੈ ਹਰਪ੍ਰੀਤ ਜੀ ਭਾਜਪਾ ਦੇ ਖਿਲਾਫ। ਉਹ ਜਦੋਂ ਵੜਦੇ ਨੇ, ਇਹਨਾਂ ਨੂੰ ਵੇਖਦੇ ਨੇ, ਜਦੋਂ ਪਿੰਡਾਂ 'ਚ ਆਉਂਦੇ ਆ, ਉਦੋਂ ਹੀ ਉਹ ਜਿਹੜਾ ਉਹਨਾਂ ਦਾ ਉਬਾਲਾ ਜਿਹੜਾ ਹੈ ਕਿ ਨਹੀਂ ਉਹ ਖਾ ਜਾਂਦੇ ਨੇ, ਉਦੋਂ ਫਿਰ ਇਹਨਾਂ ਦੇ ਮਗਰੋਂ ਚੜ੍ਹਦੇ ਆ। ਇਹਨਾਂ ਨੂੰ ਨਹੀਂ ਆਉਣਾ ਚਾਹੀਦਾ। ਜਦੋਂ ਇਹ ਪਿੰਡਾਂ 'ਚ ਆਉਂਦੇ ਨੇ ਉਦੋਂ ਮਾਹੌਲ ਖਰਾਬ ਹੋਣ ਦਾ ਵੀ ਪ੍ਰੋਗਰਾਮ ਬਣਦਾ। ਇਸ ਕਰਕੇ ਹੀ ਅਪੀਲ ਕੀਤੀ ਜਾਂਦੀ ਪਿੰਡਾਂ 'ਚ ਨਾ ਆਉਣ ਤਾਂ ਬਿਹਤਰ ਰਹੇਗਾ। ਇੱਕ ਗੱਲ ਹੋਰ ਬੂਟਾ ਸਿੰਘ ਜੀ, ਲਗਾਤਾਰ ਬੜੇ ਸਾਰੇ ਐਲੀਗੇਸ਼ਨ ਬੀਜੇਪੀ ਦੇ ਆਗੂ ਲਾਉਂਦੇ ਨੇ ਕਿ ਦੇਖੋ ਜੀ ਹੁਣ ਤਾਂ ਗਿਣਤੀ ਘਟ ਗਈ, ਉੱਥੋਂ ਜਿਹੜੇ ਸਹੀ ਕਿਸਾਨ ਸੀ ਉਹ ਵਾਪਸ ਆ ਗਏ, ਜਿਹੜੇ ਆਗੂ ਨੇ ਸਿਰਫ ਉਹੀ ਆਪਣੀਆਂ ਪ੍ਰਧਾਨਗੀਆਂ ਨੂੰ ਲੈ ਕੇ ਉੱਥੇ ਬੈਠੇ ਹੋਏ ਨੇ, ਜਿਹੜੇ ਕਿਸਾਨ ਅਸਲ ਦੇ ਵਿੱਚ ਕਿਸਾਨ ਨੇ ਉਹ ਆਪਣੇ ਘਰਾਂ 'ਚ ਵਾਪਸ ਆ ਗਏ। ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹਦੇ ਵਿੱਚੋਂ ਸਾਨੂੰ ਕੁਝ ਮਿਲਣਾ ਨਹੀਂ ਹੈ। ਇਹ ਵਾਕਈ ਗੱਲ ਠੀਕ ਹੈ? ਕਿਉਂਕਿ ਅਸੀਂ ਵੀ ਉੱਥੇ ਦੇਖਿਆ ਕਿ ਲੋਕ ਤਾਂ ਘਟੇ ਨੇ ਨਾ, ਉੱਥੇ ਇਕੱਠ ਤਾਂ ਘਟਿਆ ਹੀ ਹੈ। ਹੁਣ ਉਹਨੂੰ ਕਿਸ ਮਤਲਬ ਨਾਲ ਦੇਖਿਆ ਜਾਵੇ? ਲੋਕ ਥੱਕ ਗਏ ਨੇ, ਅੱਕ ਗਏ ਨੇ, ਵਾਪਸ ਆ ਗਏ, ਜਾਂ ਉਹਦੇ ਪਿੱਛੇ ਕੁਝ ਹੋਰ ਹੈ? ਹਰਪ੍ਰੀਤ ਜੀ, ਇਹ 2024 ਤੱਕ ਵੀ ਨਹੀਂ ਨਾ ਅੱਕਦੇ ਨੇ ਨਾ ਇਹ ਥੱਕਦੇ ਨੇ। ਲੋਕ ਨੇ ਜਿਹੜੇ ਇਹ ਇਰਾਦੇ ਦੇ ਪੱਕੇ ਲੋਕ ਆ, ਇਹ ਨਹੀਂ ਧੱਕਾ ਨੱਕਣ ਵਾਲੇ। ਤੁਹਾਨੂੰ ਪਤਾ ਹੁਣ ਸੀਜ਼ਨ ਆ, ਪਹਿਲਾਂ ਹਾੜੀ ਸਾਂਭਣ ਦਾ ਸੀ, ਉਹਦੇ ਨਾਲ ਲੱਗਦਾ ਹੀ ਝੋਨੇ ਦਾ ਸੀਜ਼ਨ ਸ਼ੁਰੂ ਹੋ ਜਾਂਦਾ। ਹੁਣ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਤੇ ਉਸੇ ਤਰ੍ਹਾਂ ਬਹਾਰਾਂ ਨੇ ਉਸੇ ਤਰ੍ਹਾਂ ਦੀਆਂ, ਪਹਿਲਾਂ ਵਰਗਾ ਹੀ ਐਸੀ ਗੱਲ ਨਹੀਂ ਕੋਈ। ਲੋਕਾਂ ਨੇ ਪੱਕੇ ਘਰ ਬਣਾ ਲਏ,
ਏਸੀ ਲਾ ਲਏ, ਕੂਲਰ ਫਿੱਟ ਨੇ, ਉੱਥੇ ਦੇ ਲੋਕ ਐ ਬੈਠੇ ਨੇ ਕਿ ਅਸੀਂ ਜਾਣਾ ਹੀ ਨਹੀਂ ਜਿੰਨਾ ਚਿਰ ਕਾਨੂੰਨ ਰੱਦ ਨਾ ਹੋਏ। ਕਿਵੇਂ ਕਹਿੰਦੇ ਨੇ, ਇਹ ਆਪਣੇ ਮਨ ਨੂੰ ਇੱਕ ਨਾ ਆਪਾਂ ਜਿਵੇਂ ਕਹਿੰਦੇ ਥੰਮੀਆਂ ਦੇਣ ਦੀਆਂ ਗੱਲਾਂ ਨੇ, ਆਪਣੇ ਮਨ ਨੂੰ ਇਹ ਥੰਮੀਆਂ ਦਿੰਦੇ ਨੇ ਭਾਜਪਾ ਵਾਲੇ ਵੀ ਉੱਥੋਂ ਤਾਂ ਘਟ ਗਏ ਨੇ ਜੀ, ਘਟ ਗਏ ਨਹੀਂ, ਕੋਈ ਗੱਲ ਨਹੀਂ। ਆਪਣੇ ਮਨ ਨੂੰ ਤਸੱਲੀ ਦੇ ਕੇ ਉਹਨੂੰ ਖਿਲਾਰਨ ਦਾ ਯਤਨ ਕਰਦੇ ਨੇ, ਕਿਉਂਕਿ ਉਹ ਡਿੱਗਦਾ ਪੈਰੋਂ ਪਰ ਥੱਲੇ, ਮਨ ਘਟਦਾ ਇਹਨਾਂ ਦਾ, ਇਹ ਕਾਊ ਮਾਊ ਕਰਦਾ, ਇਸ ਕਰਕੇ ਉਹਨੂੰ ਥੰਮੀਆਂ ਦਿੰਦੇ ਨੇ, ਹੋਰ ਕੋਈ ਗੱਲ ਨਹੀਂ। ਅੱਛਾ ਚਲੋ ਇੱਕ ਗੱਲ ਇਹ ਵੀ ਦੱਸੋ ਹੁਣ, ਜਿਹੜੀ ਵਾਰ-ਵਾਰ ਗੱਲ ਕੀਤੀ ਜਾਂਦੀ ਹੈ, ਮੈਂ ਬੜੇ ਸਾਰੇ ਭਾਜਪਾ ਦੇ ਲੀਡਰਾਂ ਦੇ ਇੰਟਰਵਿਊ ਕੀਤੀ, ਇੱਥੋਂ ਤੱਕ ਕਿ ਤੋਮਰ ਹੋਰਾਂ ਨਾਲ ਵੀ ਗੱਲਬਾਤ ਹੋਈ, ਉਹ ਕਹਿੰਦੇ ਜੀ ਸਾਡੇ ਤਾਂ ਦਰਵਾਜ਼ੇ ਖੁੱਲੇ ਨੇ, ਗੇਂਦ ਤੁਹਾਡੇ ਪਾਲੇ ਦੇ ਵਿੱਚ ਹੈਗੀ, ਅਸੀਂ ਤਾਂ ਕਹਿੰਦੇ ਆ ਤੁਸੀਂ ਆਓ ਸਾਡੇ ਨਾਲ ਬੈਠ ਕੇ ਗੱਲ ਕਰੋ, ਸਾਡੇ ਦਰਵਾਜ਼ੇ ਖੁੱਲੇ ਨੇ। ਇਹ ਤੁਹਾਡੇ ਵੱਲੋਂ ਅੜੀ ਹੈ ਕਿ ਅਸੀਂ ਗੱਲ ਨਹੀਂ ਕਰਨੀ, ਅਸੀਂ ਇਹਦੇ ਤੇ ਚਰਚਾ ਨਹੀਂ ਕਰਨੀ। ਜਦੋਂ ਨੈਗੋਸੀਏਸ਼ਨ ਹੁੰਦੀ ਹੈ ਤਾਂ ਦੋਵੇਂ ਪਾਸੇ ਹੀ ਹੋਏਗੀ ਨਾ ਸ਼ਾਦੀਪੁਰ ਜੀ। ਹੁਣ ਜੇ ਉਹਨਾਂ ਨੇ ਉਹ ਕਹਿੰਦੇ ਅਸੀਂ ਨੈਗੋਸੀਏਸ਼ਨ ਕਰਨ ਨੂੰ ਤਿਆਰ ਆ, ਅਸੀਂ 2 ਸਾਲ ਛੱਡੋ 3 ਸਾਲ ਹੋਲਡ ਕਰਨ ਨੂੰ ਤਿਆਰ ਆ, ਇਹ ਜਿਹੜੀ ਅੜੀ ਹੈ, ਅੜੀ ਕਿਉਂ ਹੈ ਕਿਸਾਨਾਂ ਦੀ? ਜੇ ਹੋਲਡ ਕਰਨ ਨੂੰ ਸਰਕਾਰ ਤਿਆਰ ਤਾਂ ਹੋਲਡ ਕਿਉਂ ਨਹੀਂ ਮਨਜ਼ੂਰ? ਨਹੀਂ, ਅਸੀਂ ਵੇਖੋ ਕੋਈ ਅੜੀ ਨਹੀਂ ਕਰੀ ਹੋਈ। ਜਿਹੜਾ ਉਹ ਦਰਵਾਜ਼ੇ ਦੀ ਗੱਲ ਕਰਦੇ ਨੇ, ਜਿਵੇਂ ਪਿੱਛੇ ਮੋਦੀ ਸਾਹਿਬ ਨੇ ਗੱਲ ਕਹਿਤੀ ਵੀ 1 ਕਾਲ ਦੀ ਦੂਰੀ ਤੇ ਆ ਜੀ, ਅਸੀਂ ਉਹ ਪੁੱਛਿਆ ਸੀ ਵੀ ਉਹ ਕਿਹੜਾ ਨੰਬਰ ਹੈ, ਕਿਹੜੇ ਨੰਬਰ ਤੇ ਅਸੀਂ ਕਾਲ ਕਰਨੀ ਆ ਤੁਹਾਨੂੰ। ਹੁਣ ਇਹਨੇ ਦਰਵਾਜ਼ੇ ਦੀ ਗੱਲ ਕਰਦੇ, ਉਹ ਦਰਵਾਜ਼ਾ ਕਿਹੜਾ ਸਾਨੂੰ ਦੱਸਤਾ ਦੇਣ ਵੀ ਕਿਹੜੇ ਦਰਵਾਜ਼ੇ ਲੰਘ ਕੇ ਜਾਣਾ। ਅਸੀਂ ਤਾਂ ਇਹਨਾਂ ਦਾ ਦਿੱਲੀ ਦਰਵਾਜ਼ੇ ਪਹਿਲਾਂ 11 ਮੀਟਿੰਗਾਂ ਹੋਈਆਂ ਨਹੀਂ ਜੀ, ਨਹੀਂ, ਉਹ ਉੱਥੋਂ ਨਹੀਂ ਐ ਲੰਘਣ ਦਿੰਦੇ, ਜਿੰਨਾ ਚਿਰ ਚਿੱਠੀ ਨਾ ਭੇਜਣ ਉਹ ਦਰਵਾਜ਼ੇ ਦੇ ਅੱਗੇ ਖੜੇ ਨੇ ਲੋਕ, ਉੱਥੋਂ ਟੱਪਣ ਨਹੀਂ ਦਿੰਦੇ। ਅਸੀਂ ਇਹਨੂੰ ਕਹਿੰਦੇ ਵੀ ਜਦੋਂ ਪਹਿਲਾਂ ਵੀ ਸਾਡੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਹਨਾ, ਤੇ ਇੱਕ ਹੋਰ ਹੈ ਗੱਲ, ਇੱਕ ਇਹਨਾਂ ਨੇ ਦਰਵਾਜ਼ੇ ਦੀ ਗੱਲ ਕਹੀ, ਇੱਕ ਇਹਨਾਂ ਦਾ ਪੰਜਾਬ ਦਾ ਲੀਡਰ ਹੈ, ਉਹਨੇ ਵੀ ਕੋਈ ਕਹਿਤੀ ਵੀ ਅਸੀਂ ਸਾਡੇ ਵੱਲੋਂ ਤਾਂ ਭਾਵੇਂ ਅੱਧੀ ਰਾਤ ਨੂੰ ਆ ਜਾਣ। ਅਸੀਂ ਇਹਨਾਂ ਨੂੰ ਗੱਲਾਂ ਇਹ ਪੁੱਛਦੇ ਹਾਂ ਵੀ ਨਾ ਅੱਧੀ ਰਾਤ ਆਉਣ ਦੀ ਲੋੜ ਹੈ, ਨਾ ਦਰਵਾਜ਼ਾ ਲੱਭਣ ਦੀ ਲੋੜ ਹੈ, ਤੇ ਨਾ ਫੋਨ ਲੱਭਣ ਦੀ ਲੋੜ ਹੈ। ਪਹਿਲਾਂ ਵਾਂਗੂ ਤੁਸੀਂ ਸਾਨੂੰ ਚਿੱਠੀ ਪੱਤਰ ਭੇਜੋ, ਸੱਦਾ ਪੱਤਰ ਭੇਜੋ, ਜਦੋਂ ਭੇਜੋਗੇ ਉਦੋਂ ਹੀ ਅਸੀਂ ਜਾਵਾਂਗੇ, ਗੱਲ ਉਦੋਂ ਹੀ ਹੋਣੀ ਹੈ। ਅਸੀਂ ਇਹਨਾਂ ਦੀਆਂ ਬਰੂਹਾਂ ਤੇ ਬੈਠੇ ਹਾਂ, ਸਾਡਾ ਹੱਕ ਸੀ ਉੱਥੇ ਜਾ ਕੇ ਬਹਿਣਾ, ਤੇ ਅਗਾਂਹ ਬੁਲਾਉਣਾ ਕਿੰਨੇ ਆ? ਬੁਲਾਉਣਾ ਸਰਕਾਰ ਨੇ। ਸਰਕਾਰ ਦਾ ਧਰਮ ਨਹੀਂ ਬਣਦਾ ਬੁਲਾਉਣਾ। ਉੱਥੇ ਕਿਸਾਨ ਬੈਠੇ ਨੇ ਸੜਕਾਂ ਦੇ ਉੱਤੇ, ਇਹਨਾਂ ਲੋਕਾਂ ਨੂੰ ਰਾਜ ਭਾਗ ਇਸ ਵਾਸਤੇ ਨਹੀਂ ਦਿੱਤਾ ਗਿਆ ਵੀ ਤੁਸੀਂ ਇਹਨਾਂ ਨੂੰ ਸੜਕਾਂ ਤੇ ਰੋਲੋ। ਇਹਨਾਂ ਨੇ ਰਾਜਗੱਦੀ ਤੇ ਬਿਠਾਇਆ ਲੋਕਾਂ ਨੇ, ਇਹਨਾਂ ਲੋਕਾਂ ਨੇ ਰਾਜਗੱਦੀ ਤੇ ਬਹਾਇਆ, ਤੇ ਇਹਨਾਂ ਲੋਕਾਂ ਨੂੰ ਇਹ ਸੜਕਾਂ ਤੇ ਰੋਲਦੇ ਪਏ ਨੇ, ਇਹਨਾਂ ਨੂੰ ਸਜ਼ਾ ਮਿਲਣੀ ਹੈ ਇਸ ਗੱਲ। ਪਰ ਤੁਹਾਨੂੰ ਨਹੀਂ ਲੱਗਦਾ ਕਿ ਥੋੜਾ ਜਿਹਾ ਕੰਟਰੋਲ ਦੇ ਵਿੱਚ ਰਹਿਣਾ ਪਏਗਾ? ਹਾਲ ਹੀ ਦੇ ਵਿੱਚ ਹਰਜੀਤ ਗਰੇਵਾਲ ਹੋਰਾਂ ਦਾ ਝੋਨਾ ਜਿਹੜਾ ਉਹਨਾਂ ਲਾਇਆ ਸੋ ਸਾਰਾ ਪੜ ਦਿੱਤਾ ਕਿਸਾਨਾਂ ਨੇ। ਉਸ ਤੋਂ ਬਾਅਦ ਹਰਜੀਤ ਗਰੇਵਾਲ ਕਹਿੰਦਾ ਵੀ ਮੇਰੀ ਮੌਤ, ਮੈਨੂੰ ਗੋਲੀ ਵੀ ਮਾਰ ਦੋਗੇ ਤਾਂ ਵੀ ਕਾਨੂੰਨ ਰੱਦ ਨਹੀਂ ਹੋਣੇ, ਇਹ ਜ਼ਿੱਦ ਛੱਡਣੀ ਪੈਣੀ ਹੈ ਕਿਸਾਨਾਂ ਨੂੰ ਕਿ ਕਾਨੂੰਨ ਰੱਦ ਕਰੋ। ਨਹੀਂ, ਅਸੀਂ ਕਹਿੰਦੇ ਵੀ ਮੇਰੀ ਪਿਛਲੇ ਦਿਨ ਵੀ ਕੋਈ ਗੱਲ ਹੋਈ ਸੀ ਕਿਸੇ ਆਗੂ ਨਾਲ, ਮੈਂ ਉਹਨਾਂ ਨੂੰ ਕਹਿੰਦਾ ਹਾਂ ਵੀ ਕਾਨੂੰਨ ਰੱਦ ਨਹੀਂ ਹੋਣੇ, ਇਹ ਪਹਿਲਾਂ ਕੰਡੀਸ਼ਨ ਨਾ ਲਾਓ। ਤੁਸੀਂ ਸੱਦਾ ਪੱਤਰ ਭੇਜੋ, ਜਿਵੇਂ ਪਹਿਲਾਂ ਭੇਜਦੇ ਸੱਦਾ ਪੱਤਰ ਭੇਜੋ, ਜਦੋਂ ਬੈਠਾਂਗੇ ਆਪਾਂ ਗੱਲਬਾਤ ਹੋਊਗੀ। ਜਿਵੇਂ ਤੁਸੀਂ ਕਿਹਾ 3 ਸਾਲ ਵਾਸਤੇ ਹੋਲਡ ਕਰਦੇ ਨੇ ਹਨਾ, ਉੱਥੇ ਗੱਲ ਕੋਈ ਵੀ ਹੋ ਸਕਦੀ ਹੈ, ਕਿਸੇ ਗੱਲ ਤੇ ਵੀ ਸਹਿਮਤੀ ਬਣ ਸਕਦੀ ਹੈ, ਪਰ ਜਦੋਂ ਬੈਠਾਂਗੇ ਤਾਂ ਜੇਕਰ ਪਹਿਲਾਂ ਕਹਿ ਦਈਏ ਵੀ ਆਹ ਗੱਲ ਨਹੀਂ ਹੋਣੀ ਆ ਜਾਓ ਤੁਸੀਂ, ਫਿਰ ਕਿਵੇਂ? ਸ਼ਰਤ ਨੇ, ਕੰਡੀਸ਼ਨਾਂ ਲਾਉਣਗੇ ਤੇ ਨਹੀਂ ਗੱਲ ਹੋਊਗੀ। ਉਸ ਤੋਂ ਬਾਹਰ ਆਉਣ, ਇਹ ਸਾਨੂੰ ਸੱਦਾ ਪੱਤਰ ਭੇਜਣ ਤੇ ਮਸਲੇ ਹੱਲ ਹੋ ਜਾਣਗੇ। ਠੀਕ ਹੈ, ਇੱਕ ਮੇਰਾ ਆਖਰੀ ਸਵਾਲ, ਕੀ ਇਸ ਗੱਲ ਦੇ ਵਿੱਚ ਕੋਈ ਸੱਚਾਈ ਹੈਗੀ ਹੈ ਕਿ ਜਦੋਂ ਹੋਲਡ ਕਰਨ ਦੀ ਗੱਲ ਆਈ ਸੀ ਤਾਂ ਕੁਝ ਕਿਸਾਨ ਜਥੇਬੰਦੀਆਂ ਸਹਿਮਤ ਹੋ ਗਈਆਂ ਸੀ ਕਿ ਸਾਨੂੰ ਹੋਲਡ ਵਾਲੇ ਪਾਸੇ ਚਲਾ ਜਾਣਾ ਚਾਹੀਦਾ, 2 ਸਾਲ 2.5 ਸਾਲ 3 ਸਾਲ ਜੇ ਸਰਕਾਰ ਹੋਲਡ ਕਰ ਰਹੀ ਹੈ ਤਾਂ ਸਾਨੂੰ ਸਹਿਮਤੀ ਬਣਾ ਲੈਣੀ ਚਾਹੀਦੀ ਹੈ, ਪਰ ਤੁਹਾਡੀ ਸਹਿਮਤੀ ਨਹੀਂ ਬਣ ਪਾਈ, ਕੁਝ ਕਿਸਾਨ ਜਥੇਬੰਦੀਆਂ ਅੜ ਗਈਆਂ ਕਿ ਨਹੀਂ ਸਾਨੂੰ ਹੋਲਡ ਨਹੀਂ, ਸਾਨੂੰ ਤਾਂ ਰੱਦ ਚਾਹੀਦਾ? ਨਹੀਂ, ਬਿਲਕੁਲ ਇਹ ਗੱਲ ਆਈ ਸੀ ਉਦੋਂ। ਵੇਖੋ, ਇਹ ਜਿਹੜੀ ਗੱਲ ਹੋਈ ਹੈ ਉਹਦੇ ਤੋਂ ਕੋਈ ਓਲਾ ਰਿਹਾ ਹੀ ਨਹੀਂ ਉਦੋਂ। ਵਿੱਚ ਕੁਝ ਲੋਕ ਇਹ ਚਾਹੁੰਦੇ ਸੀ ਵੀ ਆਪਾਂ ਨੂੰ ਹੋਲਡ ਕਰਾ ਦੇਣੇ ਚਾਹੀਦੇ ਨੇ, ਅਗਰ ਜੇ ਹੋਲਡ ਹੋ ਜਾਂਦੇ ਨੇ ਤੇ ਹੋ ਸਕਦਾ ਇਹਨਾਂ ਨੂੰ ਛੇੜੇ ਵੀ ਕੋਈ ਨਾ ਕੋਈ ਭੌਂਕੇ, ਕਿਉਂਕਿ ਅੰਦੋਲਨ ਬਹੁਤ ਵੱਡਾ ਹੋ ਗਿਆ, ਹਰ ਇੱਕ ਬੰਦਾ ਡਰੂਗਾ, ਇਹਨੂੰ ਹੱਥ ਵੀ ਨਹੀਂ ਲਾਉਣਾ ਕਿਤੇ, ਜਿੱਥੇ ਕਿਤੇ ਜੇ ਡਸਟਬਿਨ 'ਚ ਸਿੱਟ ਤੇ ਉੱਥੇ ਹੀ ਪੈ ਰਹਿਣੇ ਆ। ਇਹ ਗੱਲ ਵਿਚਾਰ ਸੀ, ਪਰ ਸਾਡੀ ਜਿਹੜੀ ਗੱਲ ਹੁੰਦੀ ਜਦੋਂ ਸਹਿਮਤੀ ਬਣਦੀ ਏ ਉਸ ਟਾਈਮ ਹੀ ਸਾਰੇ ਜਾਂਦੇ ਨੇ, ਚਾਹੇ 10 ਬੰਦਿਆਂ ਦੀ ਸਲਾਹ ਸੀ, ਚਾਹੇ 12 ਦੀ ਸੀ, ਚਾਹੇ 15 ਦੀ। ਜਦੋਂ ਸਰਬਸੰਮਤੀ ਨਾ ਹੋਈ ਤਾਂ ਫਿਰ ਇਹ ਗੱਲ ਚਲੀ ਗਈ ਅੱਗੇ, ਸਰਬਸੰਮਤੀ ਨਾ ਹੋ ਸਕੀ, ਇਸ ਕਰਕੇ ਅੱਗੇ ਚਲਿਆ ਗਿਆ। ਮੈਂ ਤਾਂ ਹੀ ਇਹ ਗੱਲ ਕਰਦਾ ਕਿ ਸਰਕਾਰ ਨੂੰ ਬੁਲਾਉਣਾ ਚਾਹੀਦਾ, ਸਰਕਾਰ ਬੁਲਾਊਗੀ ਤੇ ਮਸਲਾ ਹੱਲ ਹੋਵੇਗਾ। ਅਸੀਂ ਇੱਥੇ ਬੈਠੇ ਰਹਿੰਦੇ ਹਾਂ, ਸਰਕਾਰ ਆਪਣੀਆਂ ਕੋਠੀਆਂ 'ਚ ਬੈਠੀ ਰਹਿੰਦੀ ਹੈ, ਕਿਵੇਂ ਮਸਲਾ ਹੱਲ ਹੋਊਗਾ? 2-3 ਲੜ ਪੈਂਦੀਆਂ ਨੇ, ਆਖਰਕਾਰ ਤਾਂ ਨੇੜੇ ਲੱਗਣਗੀਆਂ ਤਾਂ ਗੱਲ ਹੋਊਗੀ ਨਾ। ਪਿੰਡਾਂ ਵਿੱਚ ਵੀ ਨਹੀਂ ਮਸਲੇ ਹੱਲ ਹੁੰਦੇ, ਛੋਟੇ ਮਸਲੇ ਹੁੰਦੇ ਨੇ, ਇਹ ਤਾਂ ਨੈਸ਼ਨਲ ਪੱਧਰ ਦਾ ਮਸਲਾ, ਇਹਨਾਂ ਨੂੰ ਨਿਬੇੜਨਾ ਚਾਹੀਦਾ। ਸਰਕਾਰ ਨੂੰ ਆਪਣਾ ਧਰਮ ਹੈ ਜਿਹੜਾ ਉਹ ਨਿਭਾਉਣਾ ਚਾਹੀਦਾ। ਸਰਕਾਰ ਉਸ ਗੱਲ ਤੋਂ ਭੱਜ ਚੁੱਕੀ ਹੈ। ਮੈਂ ਕਹਿੰਦਾ ਕਿ ਸਰਕਾਰ ਫੇਲ ਹੋ ਗਈ, ਸਰਕਾਰ ਨੂੰ ਕੋਈ ਰਸਤਾ ਹੀ ਨਹੀਂ ਲੱਭ ਰਿਹਾ ਵੀ ਕਰੀਏ ਕੀ। ਇਹ ਰਸਤਾ ਸਭ ਤੋਂ ਵਧੀਆ ਔਰ ਸਹੀ ਹੈ, ਸਰਕਾਰ ਸੱਦਾ ਪੱਤਰ ਭੇਜੇ। ਅਗਰ ਕਿਸਾਨ ਨਹੀਂ ਕਰਨਗੇ, ਸਰਕਾਰ ਦੀ ਲੱਤ ਫੇਰ ਉੱਤੇ ਹੋਊਗੀ, ਸਰਕਾਰ ਕਹੂਗੀ ਅਸੀਂ ਕਰਨ ਨੂੰ ਤਿਆਰ ਹਾਂ, ਕਿਸਾਨ ਨਹੀਂ ਮੰਨਦੇ, ਲੋਕਾਂ 'ਚ ਗੱਲ ਜਾਊਗੀ ਨਾ। ਅਸੀਂ ਕਹਿੰਦੇ ਸਰਕਾਰ ਸੱਦਾ ਪੱਤਰ ਭੇਜੇ, ਸੱਦਾ ਉਹ ਦੇ ਦਿੰਦੇ ਨੇ, ਪਰ ਸਵਾਲ ਇੱਕ ਸ਼ਰਤ ਰੱਖ ਦਿੰਦੇ ਨੇ ਵਿੱਚ, ਉਸ ਸ਼ਰਤ ਦੇ ਨਾਲ ਤੁਹਾਨੂੰ ਲੱਗਦਾ ਕਿ ਉਹ ਸ਼ਰਤ ਹਟਾ ਦੇਣ? ਸ਼ਰਤ ਹਟਾ ਦੇਣ, ਅਸੀਂ ਬਿਲਕੁਲ ਜਾਣ ਨੂੰ ਤਿਆਰ ਹਾਂ ਤੇ ਮਸਲੇ ਵੀ ਹੱਲ ਹੋਣਗੇ, ਗੱਲਬਾਤ ਨਾਲੇ ਹੋਣੇ ਨਾ।
ਜਿਹਦੇ ਨਾਲ ਮਸਲੇ ਵਿਗੜ ਜਾਂਦੇ ਨੇ ਕਹਿੰਦੇ ਰਜਾਮੰਦੀ ਕਰ ਲਓ ਨਿਬੜ ਜਾਂਦੇ ਨੇ ਜਿਹਦੇ ਨਾਲ ਤਾਂ ਸਾਰੇ ਉਲਝਦੇ ਹੀ ਆ। ਉਲਝਦੇ ਹੀ। ਚਲੋ ਬਹੁਤ ਬਹੁਤ ਧੰਨਵਾਦ ਬੂਟਾ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਇਹ ਸਨ ਬੂਟਾ ਸਿੰਘ ਸ਼ਾਦੀਪੁਰ ਜੀ, ਜਿਨ੍ਹਾਂ ਨੇ ਬੜੀ ਤਫਸੀਲ ਨਾਲ ਜਾਣਕਾਰੀ ਦਿੱਤੀ ਕਿ ਅੱਗੇ ਦੀ ਰਣਨੀਤੀ ਕੀ ਹੈ, ਕਿਵੇਂ ਗੱਲਬਾਤ ਕੀਤੀ ਜਾ ਸਕਦੀ, ਕਿਵੇਂ ਮਸਲੇ ਹੱਲ ਹੋ ਸਕਦੇ ਨੇ। ਦੋ ਤਿੰਨ ਚੀਜ਼ਾਂ ਇਹਨਾਂ ਨੇ ਬੜੀਆਂ ਸਾਫ਼ ਕਰ ਦਿੱਤੀਆਂ ਨੇ ਕਿ ਸੰਯੁਕਤ ਕਿਸਾਨ ਮੋਰਚੇ ਦਾ ਹਾਲੇ ਤੱਕ ਕੋਈ ਅਜਿਹਾ ਪਲਾਨ ਨਹੀਂ ਹੈ ਕਿ ਇਲੈਕਸ਼ਨ ਵੀ ਲੜਾਂਗੇ, ਜਾਂ ਅਜਿਹਾ ਵੀ ਕੋਈ ਪਲਾਨ ਨਹੀਂ ਹੈ ਕਿ ਮਾਰੋ ਕੁੱਟੋ, ਜਾਂ ਜਿਹੜੇ ਵੀ ਪਾਰਟੀ ਦੇ ਬੰਦੇ ਆਉਂਦੇ ਨੇ ਉਹਨਾਂ ਦਾ ਵਿਰੋਧ ਕਰਕੇ ਘਰਾਓ ਕਰਕੇ ਉਹਨਾਂ ਨੂੰ ਕੱਢੋ ਬਾਹਰ। ਸੰਜਮ ਨਾਲ ਹੀ ਇਹ ਕੰਮ ਹੋਣਾ। ਪਰ ਪਹਿਲ ਕਿਸ ਵੱਲੋਂ ਹੋਣੀ ਹੈ? ਪਹਿਲ ਹੋਣੀ ਹੈ ਸਰਕਾਰ ਵੱਲੋਂ। ਸਰਕਾਰ ਸੱਦਾ ਪੱਤਰ ਦੇਵੇ, ਬਿਨਾਂ ਸ਼ਰਤ ਸੱਦਾ ਪੱਤਰ ਦੇਵੇ। ਗੱਲਬਾਤ ਕਰਨ ਨੂੰ ਕਿਸਾਨ ਜਥੇਬੰਦੀਆਂ ਤਿਆਰ ਨੇ, ਕਿਉਂਕਿ ਇਹ ਮੁੱਦਾ ਸਾਰਾ ਟੇਬਲ ਤੇ ਹੀ ਮੁੱਕਣਾ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।